एवरीवन, सत श्री अकाल सारिਆਂ ਨੂੰ। ਤਾਂ ਅੱਜ ਆਪਾਂ ਸ਼ੁਰੂ ਕਰ ਰਹੇ ਹਾਂਗੇ ਚੈਪਟਰ ਨੰਬਰ 8 ਕੰਟਰੋਲਿੰਗ ਮੈਨੇਜਮੈਂਟ ਦਾ ਲਾਸਟ ਫੰਕਸ਼ਨ ਹੁੰਦਾ ਹੈਗਾ। ਪਹਿਲਾਂ ਆਪਾਂ ਪਲੈਨਿੰਗ ਕਰਦੇ ਹਾਂਗੇ, ਪਲਾਨ ਸੋਚਿਆ ਕੀ ਕਰਨਾ ਹੈ, ਕਿਵੇਂ ਕਰਨਾ ਹੈਗਾ, ਉਹਦੇ ਅਕੋਰਡਿੰਗ ਆਪਾਂ ਆਰਗੇਨਾਈਜ਼ਿੰਗ ਦੇ ਵਿੱਚ ਸਟਰਕਚਰ ਤਿਆਰ ਕਰਦੇ ਹਾਂ। ਫਿਰ ਉਹ ਸਟਰਕਚਰ ਦੇ ਵਿੱਚ ਕੰਮ ਕਰਨ ਲਈ ਆਪਾਂ ਸਟਾਫਿੰਗ ਦੇ ਵਿੱਚ ਬੰਦੇ ਅਪਾਇੰਟ ਕਰਦੇ ਹਾਂਗੇ ਤੇ ਫੋਰਥ ਦੇ ਫੰਕਸ਼ਨ ਦੇ ਵਿੱਚ ਉਹਨਾਂ ਬੰਦਿਆਂ ਤੋਂ ਆਪਾਂ ਕੰਮ ਇਨੀਸ਼ੀਏਟ ਕਰਵਾਉਣਾ ਹੈ ਡਾਇਰੈਕਟਿੰਗ ਫੰਕਸ਼ਨ ਦੇ ਵਿੱਚ। ਹੁਣ ਕੰਮ ਇਨੀਸ਼ੀਏਟ ਹੋ ਗਿਆ, ਪੰਜਵੇਂ ਫੰਕਸ਼ਨ ਦੇ ਵਿੱਚ ਆਪਾਂ ਉਸ ਕੰਮ ਦੇ ਉੱਤੇ ਚੈੱਕ ਰੱਖਣਾ, ਉਸ ਕੰਮ ਨੂੰ ਕੰਟਰੋਲ ਕਰਨਾ ਹੈ ਕਿ ਕੰਮ ਪ੍ਰੋਪਰਲੀ ਜਿਵੇਂ ਆਪਾਂ ਸੋਚਿਆ ਉਹਦੇ ਅਕੋਰਡਿੰਗ ਹੋ ਰਿਹਾ ਹੈ ਜਾਂ ਫਿਰ ਨਹੀਂ ਹੋ ਰਿਹਾ। ਤਾਂ ਕੰਟਰੋਲਿੰਗ ਦਾ ਬੇਸਿਕਲੀ ਦੇਖੋ ਕੀ ਮਤਲਬ ਹੈ। ਕੰਟਰੋਲ ਕੰਸਿਸਟ in verify whether everything occurs in conformity with the plans adopted, instructions issued and principles established। कंट्रोल ਦਾ ਕੀ ਮਤਲਬ ਹੈ ਕਿ ਆਪਾਂ ਇਹ ਵੈਰੀਫਾਈ ਕਰਨਾ ਹੈਗਾ ਕਿ ਜੋ ਆਪਾਂ ਪਲਾਨਸ ਅਡਾਪਟ ਕੀਤੇ ਹੈਗੇ, ਜੋ ਆਪਾਂ ਇਨਸਟਰਕਸ਼ਨਸ ਇਸ਼ੂ ਕੀਤੀਆਂ ਹੈਗੀਆਂ ਤੇ ਜੋ ਆਪਾਂ ਪ੍ਰਿੰਸੀਪਲਸ ਐਸਟੈਬਲਿਸ਼ ਕੀਤੇ ਹੈਗੇ, ਉਹਨਾਂ ਸਾਰਿਆਂ ਦੇ ਅਕੋਰਡਿੰਗ ਕੰਮ ਹੋ ਰਿਹਾ ਜਾਂ ਫਿਰ ਨਹੀਂ ਹੋ ਰਿਹਾ। ਜੇ ਨਹੀਂ ਹੋ ਰਿਹਾਗਾ, ਇਟ ਹੈਜ਼ ਦ ਆਬਜੈਕਟ ਟੂ ਪੁਆਇੰਟ ਆਊਟ ਵੀਕਨੈਸ ਐਂਡ ਐਰਰਸ ਇਨ ਆਰਡਰ ਟੂ ਰੈਕਟੀਫਾਈ them and prevent reoccurrence। ਜੇ ਨਹੀਂ ਹੋ ਰਿਹਾਗਾ ਤਾਂ ਕਿਉਂ ਨਹੀਂ ਹੋ ਰਿਹਾਗਾ, ਉਸ ਕੰਮ ਦੇ ਵਿੱਚ ਕੀ ਵੀਕਨੈਸ ਨੇ, ਕਿ ਉਸ ਕੰਮ ਦੇ ਵਿੱਚ ਐਰਰਸ ਨੇਗੇ, ਇਹਨਾਂ ਨੂੰ ਪੁਆਇੰਟ ਆਊਟ ਕਰਕੇ ਰੈਕਟੀਫਾਈ ਕਰਨਾ ਤੇ ਉਹਨਾਂ ਨੂੰ ਦੁਬਾਰਾ ਤੋਂ ਰੀਅਕਰ ਹੋਣ ਦੇ ਵਾਸਤੇ ਆਪਾਂ ਕੀ ਕਰਨਾ ਹੈਗਾ, ਪ੍ਰੀਵੈਂਟ ਕਰਨਾ, ਯਾਨੀ ਕਿ ਰੋਕਣਾ ਹੈਗਾ ਕਿ ਦੁਬਾਰਾ ਤੋਂ ਇਹ ਚੀਜ਼ਾਂ ਆਪਣੇ ਕੰਮ ਦੇ ਵਿੱਚ ਰੀਅਕਰ ਨਾ ਹੋਣ ਤਾਂ ਕਿ ਆਪਾਂ ਆਪਣਾ ਈਜ਼ੀਲੀ ਆਬਜੈਕਟਿਵ ਅਚੀਵ ਕਰ ਸਕੀਏ। ਤੇ ਸੌਖਾ ਜਿਹਾ ਸਿੰਪਲ ਜਿਹਾ ਕੰਟਰੋਲਿੰਗ ਦਾ ਮਤਲਬ ਹੈ ਕਿ ਆਪਾਂ ਚੈੱਕ ਰੱਖ ਕੇ ਸਾਰੀਆਂ ਚੀਜ਼ਾਂ ਕੰਟਰੋਲ ਕਰਨੀਆਂ ਸੋ ਦੈਟ ਜੋ ਵੀ ਆਪਣੇ ਆਰਗੇਨਾਈਜੇਸ਼ਨਲ ਆਬਜੈਕਟਿਵਸ ਨੇਗੇ ਉਹਨਾਂ ਨੂੰ ਆਪਾਂ ਅਚੀਵ ਕਰ ਸਕੀਏ ਸਮੂਥਲੀ। ਹੁਣ ਕੰਟਰੋਲਿੰਗ ਕੀਤੀ ਕਿਵੇਂ ਜਾਂਦੀ ਹੈ, ਕੀ ਕੰਟਰੋਲਿੰਗ ਦਾ ਪ੍ਰੋਸੈਸ ਹੈ। ਤੇ ਕੰਟਰੋਲਿੰਗ ਪ੍ਰੋਸੈਸ ਦੇ ਵਿੱਚ 5 ਸਟੈਪਸ ਪਰਫਾਰਮ ਕੀਤੇ ਜਾਂਦੇ, 1 ਬਾਈ 1 ਕਰਕੇ ਸਾਰੇ ਸਟੈਪਸ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾ ਸਟੈਪ ਆਂਦਾ ਹੈਗਾ ਸੈਟਿੰਗ ਸਟੈਂਡਰਡਸ, ਸੈਟਿੰਗ ਪਰਫਾਰਮੈਂਸ ਸਟੈਂਡਰਡਸ। ਹੁਣ ਦੇਖੋ ਕੰਟਰੋਲ ਕਰਨ ਲਈ, ਚੈੱਕ ਕਰਨ ਲਈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਸਟੈਂਡਰਡ ਸੈੱਟ ਹੋਣਾ ਚਾਹੀਦਾ। ਸਟੈਂਡਰਡ ਸੈੱਟ ਹੋਣ ਦਾ ਮਤਲਬ ਕੀ ਹੈਗਾ ਕਿ ਤੁਹਾਡੇ ਕੋਲੇ ਇੱਕ ਟਾਰਗੇਟ ਹੋਣਾ ਚਾਹੀਦਾ ਹੈਗਾ ਕਿ ਤੁਸੀਂ ਕੀ ਅਚੀਵ ਕਰਨਾ ਹੈਗਾ। ਜੇ ਤੁਹਾਡੇ ਕੋਲੇ ਕੋਈ ਟਾਰਗੇਟ ਹੋਊਗਾ ਦੈਨ ਹੀ ਤੁਸੀਂ ਕੀ ਕਰੋਗੇ, ਆਪਦੇ ਕੰਮ ਨੂੰ, ਆਪਦੇ ਚੀਜ਼ਾਂ ਨੂੰ ਕੰਟਰੋਲ ਕਰ ਸਕੋਗੇ, ਆਪਦੇ ਚੀਜ਼ਾਂ ਨੂੰ ਚੈੱਕ ਕਰ ਸਕਦੇ ਹੋਗੇ। ਤਾਂ ਆਪਾਂ ਜਦੋਂ ਟਾਈਪਸ ਆਫ ਪਲਾਨਸ ਪੜ੍ਹੇ ਸੀਗੇ, ਟਾਈਪਸ ਆਫ ਪਲਾਨ ਦੇ ਵਿੱਚ ਆਪਾਂ ਕੀ ਪੜ੍ਹਿਆ ਸੀਗਾ, ਸਭ ਤੋਂ ਪਹਿਲਾਂ ਆਪਾਂ ਆਬਜੈਕਟਿਵ ਸੈੱਟ ਕਰ ਦਿਆਂਗੇ। ਤਾਂ ਸਭ ਤੋਂ ਪਹਿਲਾਂ ਸੈਟਿੰਗ ਪਰਫਾਰਮੈਂਸ ਸਟੈਂਡਰਡ ਦਾ ਮਤਲਬ ਇਹੀ ਹੈਗਾ ਕਿ ਤੁਹਾਡੇ ਕੋਲੇ ਇੱਕ ਆਬਜੈਕਟਿਵ ਹੋਣਾ ਚਾਹੀਦਾ ਹੈਗਾ। ਆਬਜੈਕਟਿਵ ਹੋਣਾ ਚਾਹੀਦਾ ਹੈਗਾ ਕਿ ਤੁਸੀਂ ਇੱਕ ਦਿਨ ਦੇ ਵਿੱਚ 100 ਯੂਨਿਟਸ ਪ੍ਰੋਡਿਊਸ ਕਰੋਗੇ, ਤੁਸੀਂ ਹਫਤੇ ਦੇ ਵਿੱਚ 200 ਯੂਨਿਟਸ ਪ੍ਰੋਡਿਊਸ ਕਰੋਗੇ। ਏਦਾਂ ਕੋਈ ਵੀ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ ਹੈਗਾ, ਆਬਜੈਕਟਿਵ ਹੋਣਾ ਚਾਹੀਦਾ ਹੈਗਾ। ਤੁਸੀਂ ਇਸ ਸਾਲ ਜੋ ਸੇਲਸ ਹੈਗੀ ਉਹ 10% ਨਾਲ ਇਨਕਰੀਜ਼ ਕਰੋਗੇ। ਪਿਛਲੇ ਸਾਲ ਮੰਨ ਲਓ ਕਿ ਤੁਹਾਡੀ ਸੇਲ 10 ਲੱਖ ਰੁਪਏ ਆਈ ਸੀਗੀ ਤਾਂ 10% ਨਾਲ ਇਨਕਰੀਜ਼ ਕਰਕੇ ਇਸ ਸਾਲ ਤੁਸੀਂ ਆਪਦੀ ਸੇਲ 11 ਲੱਖ ਕਰਨੀ ਹੈਗੀ। ਇਹ ਤੁਹਾਡੇ ਕੋਲੇ ਇੱਕ ਕੀ ਹੋਣਾ ਚਾਹੀਦਾ ਹੈਗਾ, ਟਾਰਗੇਟ ਹੋਣਾ ਚਾਹੀਦਾ ਹੈਗਾ। ਦੈਨ ਹੀ ਇਸ ਟਾਰਗੇਟ ਨੂੰ ਆਪਾਂ ਐਕਚੁਅਲ ਪਰਫਾਰਮੈਂਸ ਨਾਲ ਕੰਪੇਅਰ ਕਰਕੇ ਚੈੱਕ ਕਰ ਸਕਦੇ ਹਾਂਗੇ ਕਿ ਆਪਣਾ ਕੰਮ ਹੋਇਆ ਜਾਂ ਫਿਰ ਨਹੀਂ ਹੋਇਆ। It refers to setting the criteria against which actual performance will be measured। Setting performance standard ਦਾ ਕੀ ਮਤਲਬ ਹੈ ਕਿ ਆਪਾਂ ਇੱਕ ਕ੍ਰਾਈਟੇਰੀਆ, ਇੱਕ ਟਾਰਗੇਟ ਸੈੱਟ ਕਰਨਾ ਹੈਗਾ ਜਿਹਦੇ ਅਕੋਰਡਿੰਗ ਆਪਾਂ ਆਪਦੀ ਐਕਚੁਅਲ ਪਰਫਾਰਮੈਂਸ ਨੂੰ ਮੇਜ਼ਰ ਕਰਾਂਗੇ ਕਿ ਟਾਰਗੇਟ ਅਚੀਵ ਹੋਇਆ ਜਾਂ ਫਿਰ ਨਹੀਂ ਹੋਇਆ। Standards can be set in both qualitative and quantitative terms। Standard ਜਿਹੜਾ ਹੋਊਗਾ qualitative ਤੇ quantitative term ਦੋਨਾਂ ਦੇ ਵਿੱਚ ਹੀ ਸੈੱਟ ਕੀਤਾ ਜਾਊਗਾ ਕਿ ਮੋਰਲ ਕਿੰਨਾ ਹਾਈ ਸੀਗਾ EMPLOYEES ਦਾ, ਕਿੰਨੀ ਐਫੀਸ਼ੀਐਂਟਲੀ ਉਹਨਾਂ ਨੇ ਕੰਮ ਕੀਤਾ ਹੈਗਾ, ਠੀਕ ਹੈ। ਨੰਬਰ ਆਫ ਯੂਨਿਟਸ ਆਪਾਂ ਕਿੰਨੇ ਬਣਾਣੇ, 100 ਯੂਨਿਟਸ, 200 ਯੂਨਿਟਸ, 150 ਯੂਨਿਟਸ। ਤਾਂ ਦੋਨੋਂ ਹੀ ਟਰਮਸ ਦੇ ਵਿੱਚ ਕੁਆਲਿਟੇਟਿਵ ਤੇ ਕੁਆਂਟੀਟੇਟਿਵ ਦੋਨੋਂ ਹੀ ਟਰਮਸ ਦੇ ਵਿੱਚ ਕੀ ਹੈਗਾ, ਸਟੈਂਡਰਡ ਜੋ ਹੈ ਉਹ ਸੈੱਟ ਕੀਤਾ ਜਾਊਗਾ। ਹੁਣ ਕੁਆਲਿਟੇਟਿਵ ਦੇ ਵਿੱਚ ਪ੍ਰੋਡਕਟ ਦੀ ਜੋ ਕੁਆਲਿਟੀ ਹੈ, A ਕੁਆਲਿਟੀ, B ਕੁਆਲਿਟੀ, C ਕੁਆਲਿਟੀ, ਕਿਸ ਕੁਆਲਿਟੀ ਦਾ ਤੁਸੀਂ ਪ੍ਰੋਡਕਟ ਬਣਾਉਣਾ ਹੈ, ਇਹਦਾ ਵੀ ਆਪਾਂ ਕੀ ਕਰਾਂਗੇ, ਸਟੈਂਡਰਡ ਸੈੱਟ ਕਰਾਂਗੇ। ਤੇ ਦੋਨੋਂ ਹੀ ਟਰਮਸ ਦੇ ਵਿੱਚ ਆਪਾਂ ਸਟੈਂਡਰਡ ਸੈੱਟ ਕਰਕੇ ਆਵਾਂਗੇ ਐਂਡ ਸ਼ੁੱਡ ਬੀ ਫਲੈਕਸੀਬਲ ਇਨਫ ਟੂ ਮੋਡੀਫਾਈ ਵੈਨਐਵਰ ਰਿਕੁਆਇਰਡ। ਤੇ ਜੋ ਵੀ ਸਟੈਂਡਰਡ ਤੁਸੀਂ ਸੈੱਟ ਕਰ ਰਹੇ ਹੋਗੇ ਉਹ ਫਲੈਕਸੀਬਲ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਆਪਾਂ ਨੂੰ ਲੋੜ ਪਵੇ ਆਪਾਂ ਉਹਦੇ ਵਿੱਚ ਚੇਂਜਸ ਕਰ ਸਕੀਏ। ਫੈਕਟਰਸ ਟੂ ਬੀ ਕੰਸੀਡਰਡ ਵਾਈਲ ਡਿਸਾਈਡਿੰਗ ਸਟੈਂਡਰਡਸ। ਹੁਣ ਦੇਖੋ ਜਦੋਂ ਵੀ ਤੁਸੀਂ ਸਟੈਂਡਰਡ ਸੈੱਟ ਕਰਨਾ, ਤੁਹਾਨੂੰ ਇਹ ਗੱਲ ਪਤਾ ਲੱਗ ਗਈ ਸਟੈਂਡਰਡ ਸੈੱਟ ਕਰਨ ਦਾ ਮਤਲਬ ਕੀ ਹੈਗਾ। ਹੁਣ ਕੀ ਕੀ ਚੀਜ਼ਾਂ ਤੁਹਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ ਜਦੋਂ ਤੁਸੀਂ ਸਟੈਂਡਰਡ ਸੈੱਟ ਕਰਨਾ ਹੈ। ਸਭ ਤੋਂ ਪਹਿਲੀ ਚੀਜ਼ ਕੀ ਹੈਗਾ, ਰੀਜ਼ਨੇਬਲ। ਜਦੋਂ ਵੀ ਤੁਸੀਂ ਸਟੈਂਡਰਡ ਸੈੱਟ ਕਰ ਰਹੇ ਹੋਗੇ ਸਟੈਂਡਰਡ ਕੀ ਹੋਣਾ ਚਾਹੀਦਾ ਹੈਗਾ, ਰੀਜ਼ਨੇਬਲ ਹੋਣਾ ਚਾਹੀਦਾ। ਪਹੁੰਚ ਤੋਂ ਬਾਅਦ ਦੀ ਗੱਲ ਨਹੀਂ ਹੋਣੀ ਚਾਹੀਦੀ। ਜੇ ਆਪਾਂ ਪੂਰਾ ਸਾਲ ਕਿਤਾਬ ਨਹੀਂ ਚੱਕੀ ਤੇ ਪੇਪਰਾਂ ਤੋਂ ਮਹੀਨਾ ਪਹਿਲਾਂ, ਬੋਰਡ ਦੇ ਪੇਪਰਾਂ ਤੋਂ ਮਹੀਨਾ ਪਹਿਲਾਂ ਆਪਾਂ ਕਹਿ ਦਈਏ ਜਾਂ 10 ਦਿਨ ਪਹਿਲਾਂ ਆਪਾਂ ਆ ਕੇ ਕਹਿ ਦਈਏ ਕਿ ਮੈਂ ਤਾਂ 95 ਨੰਬਰ ਲੈਣੇ ਬਈ, ਤੇ ਇਹ ਤਾਂ ਆਪਣੀ ਪਹੁੰਚ ਦੀ ਬਾਹਰ ਹੈਗੀ ਗੱਲ। ਤਾਂ ਇਦਾਂ ਨਹੀਂ ਹੋ ਸਕਦਾ। ਹਾਂ ਹੋ ਸਕਦਾ ਐਕਸੈਪਸ਼ਨਲ ਜਿਹੜੇ ਸਟੂਡੈਂਟਸ ਹੁੰਦੇ ਹੈਗੇ ਉਹ ਲੈ ਵੀ ਸਕਦੇ ਹੈਗੇ, ਜਿਹੜੇ ਦਿਨ ਰਾਤ ਮਿਹਨਤ ਕਰਕੇ ਪੜ੍ਹਦੇ ਹੈਗੇ ਉਹ ਲੈ ਸਕਦੇ। ਲੇਕਿਨ ਜੇ ਆਪਣੇ ਅੱਗੇ ਨਾਰਮਲ ਜਵਾਕਾਂ ਦੀ ਆਪਾਂ ਗੱਲ ਕਰੀਏ, ਉਹ 10 ਦਿਨ ਪਹਿਲਾਂ ਕਹਿੰਦੇ ਕਿ ਮੈਂ ਤਾਂ 95 ਨੰਬਰ ਲੈਣੇ, ਫਿਰ ਔਖਾ ਹੈ ਨਾ। ਪੂਰਾ ਸਾਲ ਜੇ ਆਪਾਂ ਕਿਤਾਬ ਨਹੀਂ ਚੱਕੀ, 10 ਦਿਨ ਪਹਿਲਾਂ ਚੱਕ ਕੇ ਆਪਾਂ 95 ਨੰਬਰ ਕਿੱਥੋਂ ਲੈ ਲਾਂਗੇ। ਤਾਂ ਆਬਜੈਕਟਿਵ ਹਮੇਸ਼ਾ ਕੀ ਹੋਣਾ ਚਾਹੀਦਾ, ਰੀਜ਼ਨੇਬਲ ਹੋਣਾ ਚਾਹੀਦਾ, ਜਿਹਨੂੰ ਆਪਾਂ ਈਜ਼ੀਲੀ ਅਚੀਵ ਕਰ ਸਕੀਏ। मेजरेबल होना चाहिए। मेजरेबल मतलब कि हुण तुसीं आए ना कहियो कि अच्छे नंबर लेने हैं, मेरे को तो बोर्ड्स में से अच्छे नंबर लेने,
नहीं अच्छे नंबर लेने ने इनू तुसी मेजर नहीं कर सकते किन्ने नंबर लेने 80% लेने बई 70% लेने बई 70% 80% इन्हां नू आपां मेजर कर सकते जो भी अपना रिजल्ट आऊगा कि 60% आया 50% आया कि आपां देख सकते हैं कंपैरिजन करके। लेकिन अच्छे हुण अच्छे दी डेफिनेशन तो हर एक बंदे दे अकॉर्डिंग अलग अलग होगी, किसी दे अकॉर्डिंग 60 अच्छे किसी दे अकॉर्डिंग 50 अच्छे। तो अच्छे होना या फिर इदां दी कोई गल कह देना जिन्हों तुसी मेजर नहीं कर सकते। ऑब्जेक्टिव कदे भी इदां नहीं होना चाहिए, ऑब्जेक्टिव हमेशा इहो जिहा होना चाहिए जिन्हों तुसी टर्म्स दे विच मेजर कर सको। फ्लैक्सीबल वो आप इत्थे पॉइंट पढ़ ही लिया कि ऑब्जेक्टिव की होना चाहिए, फ्लैक्सीबल होना चाहिए। सिंपल ते क्लीयर होना चाहिए, सिंपल होवे जेडे बंदियां ने काम करना है ऑब्जेक्टिव इहो जिहा होना चाहिए कि उन्हां नू सारी गल समझ आ जाए कि उन्होंने की अचीव करना है। डेविएशन टॉलरेंस लिमिट शुड आल्सो बी क्लैरिफाइड। एक सेकंड मैं हटा दा जे नहीं दिख रहा था। तो देखो की हैगा डेविएशन टॉलरेंस लिमिट शुड आल्सो बी क्लैरिफाइड, मतलब कि हुण तो सब तो पहले तो ये समझो डेविएशन टॉलरेंस लिमिट की हुंदी है। देखो चलो कोई गल नहीं हट रहे, इदां ही देख लो। देखो डेविएशन टॉलरेंस लिमिट की हुंदी हैगी फॉर एग्जांपल कि तुसी 80% मार्क्स दा टारगेट सेट कीता है। हुण जे मान लो कि थोड़े मार्क्स 79% आ जाते हैं, 78.8% आ जाते हैं, 78.6% आ जाते हैं, मान लो इन्ने मार्क्स आ जाते थोड़े, तो ओदे नाल कोई ज्यादा फर्क नहीं पैन लग गया अपन, ठीक है 80 79 इको जी गल हैगी। पर यही मान लो कि तुसी टारगेट सोचा सीगा 80 नंबरां दा लेकिन आया सिर्फ 50 नंबर, फिर इत्थे चिंता का विषय है। सिमिलरली ऑर्गेनाइजेशंस दे विच भी इदां ही हुंदा हैगा, मान लो तुसी टारगेट सेट कीता हैगा 200 यूनिट्स का लेकिन प्रोड्यूस हुई है सिर्फ 150 यूनिट्स। हुण सोचा 200 यूनिट्स ही बनाई हुई 150 यूनिट्स है तो कितनी यूनिट्स घट प्रोड्यूस हुई है, 50 यूनिट्स अपनी घट प्रोड्यूस हुई है। तो इत्थे आपां नूं टेंशन लैनी पऊगी कि भाई इन्ना टारगेट घट क्यों अचीव होया। लेकिन जे मान लो तुसी 200 यूनिट्स का टारगेट सोचा सीगा ते इत्थे थोड़ा टारगेट अचीव होया, तुहानूं तुसी 197 196 195 यूनिट्स जो है वो प्रोड्यूस कर लैंदे हो। 5-6 यूनिट्स ही इधर उधर होंगी कि घट प्रोड्यूस हुई, फिर उत्थे आपां नूं ज्यादा टेंशन लैण दी लोड़ नहीं हैगी। आपां ठीक है थोड़ी जी एफिशिएंसी होर वधा लांगे, थोड़ी जी चीज़ां होर चेक कर लांगे तो आपां मतलब इजीली 200 यूनिट्स का टारगेट अचीव कर सकते हैं। लेकिन जे 50 यूनिट्स घट प्रोड्यूस हो रही है तो उत्थे चिंता का विषय है कि मैं 50 यूनिट्स होर किवें प्रोड्यूस करा, मेरे काम दे विच कित्थे कमी है कि मैनूं ये टेंशन लैण दी लोड़ है। तो डेविएशन टॉलरेंस लिमिट बेसिकली आ 5-6 यूनिट्स नूं क्या गया कि जे मतलब कि ਜਦੋਂ ਤੁਸੀਂ ਟਾਰਗੇਟ ਸੈੱਟ ਕਰ ਰਹੇ ਹੋ ਨਾ, ਹੁਣ ਟਾਰਗੇਟ ਆਪਾਂ 200 ਯੂਨਿਟਸ ਦਾ ਸੈੱਟ ਕੀਤਾ ਹੈ, ਹੁਣ ਇਹ ਟਾਰਗੇਟ ਸੈੱਟ ਕਰਦੇ ਕਰਦੇ ਤੁਸੀਂ ਇੱਕ ਡੇਵੀਏਸ਼ਨ ਟੋਲਰੈਂਸ ਲਿਮਿਟ ਵੀ ਸੈੱਟ ਕਰੋ ਕਿ ਡੇਵੀਏਸ਼ਨ ਟੋਲਰੈਂਸ ਲਿਮਿਟ ਕੀ मतलब कि ਬਈ ਜੇ 5-6 ਯੂਨਿਟਸ ਘੱਟ ਪ੍ਰੋਡਿਊਸ ਹੋਈਆਂ ਗਿਆ ਤਾਂ ਕੋਈ ਚੱਕਰ ਨਹੀਂ, ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਕੰਮ ਨੂੰ ਕੰਟੀਨਿਊ ਰੱਖਿਓ। ਤਾਂ ਆ 5-6 ਯੂਨਿਟਸ ਜਿਹੜੀਆਂ ਹੋਣਗੀਆਂ ਡੇਵੀਏਸ਼ਨ ਟੋਲਰੈਂਸ ਲਿਮਿਟ ਹੋਣਗੀਆਂ ਕਿ ਕਿੰਨਾ ਡੇਵੀਏਸ਼ਨ ਆਉਣ ਤੇ ਤੁਹਾਨੂੰ ਫਰਕ ਨਹੀਂ ਪਊਗਾ, ਕਿੰਨੀ ਕੁ ਡੇਵੀਏਸ਼ਨ ਕਿੰਨਾ ਕੁ ਚੇਂਜ ਜੋ ਹੈ ਸਟੈਂਡਰਡ ਨਾਲੋਂ ਤੁਸੀਂ ਉਹਨੂੰ ਐਕਸੈਪਟ ਕਰ ਸਕਦੇ ਹੋ ਕਿ ਕਿੰਨੇ ਕੁ ਚੇਂਜ ਨੂੰ ਤੁਸੀਂ ਟੋਲਰੇਟ ਕਰ ਸਕਦੇ ਹੋ। ਉਹ ਹੁੰਦੀ ਹੈਗੀ ਡੇਵੀਏਸ਼ਨ ਟੋਲरेंस लिमिट कि 200 ਜਿਹੜਾ टारगेट है जे 5 ਘੱਟ प्रोड्यूस हो गया या 10 भी घੱਟ प्रोड्यूस हो गया तो ਉੱਥੇ मैं टॉलरेट कर सकदा ਇੰਨੀ ਕਿ डेविएशन ਇੰਨਾ ਕੁ ਚੇਂਜ ਮੈਨੂੰ ਫਰਕ ਨਹੀਂ ਪਊਗਾ, ਮੈਂ ਆਪਦਾ ਕੰਮ ਕੰਟੀਨਿਊ ਰੱਖੂਗਾ। लेकिन हाँ ਜੇ मैं 200 ਦਾ टारगेट ਸੋਚੇਗਾ ਤੇ 50 ਘੱਟ ਹੋ ਰਹੀ ਹੈਗੀ ਫਿਰ ਮੈਨੂੰ ਕੰਮ ਨੂੰ ਰੋਕ ਕੇ ਇੱਕ ਵਾਰੀ ਚੈੱਕ ਕਰਨਾ ਪਊਗਾ ਕਿ ਕਿੱਥੇ ਕੰਮ ਦੇ ਵਿੱਚ ਕਮੀ ਰਹਿ ਰਹੀ ਹੈਗੀ। समझ आ गई डेविएशन टॉलरेंस लिमिट की होंदी हैगी। तो ऑब्जेक्टिव सेट करते करते हमेशा ये डेविएशन टॉलरेंस लिमिट भी जो है वो सेट करनी होंदी हैगी ताकि अपना काम दे विच ज्यादा रुकावटां ना आन। आए नहीं हैगा कि अपनी एक यूनिट जे घट प्रोड्यूस हुई है तो आप काम छड्ड के वो चेक करन बैठ जाए कि काम क्यों नहीं होया, एक यूनिट क्यों घट प्रोड्यूस हुई है। समझ आ गई। सैटिंग परफॉर्मेंस स्टैंडर्ड बिल्कुल क्लियर हो गया। हुण सैटिंग परफॉर्मेंस स्टैंडर्ड तो बाद स्टैंडर्ड सैट कर लिया, उदों बाद काम तो हो ही रहा। सैकेंड स्टैप की आंदा कंट्रोलिंग दे विच मेजरमेंट ऑफ एक्चुअल परफॉर्मेंस। सैट कर लिया परफॉर्मेंस स्टैंडर्ड, हुण आपां की करना है आपां मेजरमेंट करनी है कि एक्चुअल दे विच परफॉर्मेंस कितनी हुई। आपां 200 यूनिट्स का टारगेट सोचा है लेकिन आपां प्रोड्यूस कितनी यूनिट्स कीतियां गया ओह आपां की कर लेनी है, मेजरमेंट कर लेनी है।
Actual performance should be measured in an objective and reliable manner and in the same units in which standards are set. ਜਿਹੜੀਆਂ units ਦੇ ਵਿੱਚ ਤੁਸੀਂ standard set ਕੀਤਾ ਹੈਗਾ ਉਹੀ units, ਜਿਵੇਂ ਮੰਨ ਲਓ ਕਿ 200 ਕਿਲੋ 200 ਲੀਟਰ ਇਦਾਂ ਕੋਈ ਵੀ unit ਜੋ ਤੁਸੀਂ use ਕਰਕੇ standard set ਕੀਤਾ ਹੈਗਾ ਉਹਨਾਂ units ਦੇ ਵਿੱਚ ਹੀ ਆਪਾਂ ਕੀ ਕਰ ਲੈਣਾ ਹੈਗਾ ਆਪਣੀ performance ਨੂੰ measure ਕਰ ਲੈਣਾ ਹੈਗਾ. Measurement is normally done after the task is completed, but whenever possible it can be done during the performance. Measurement normally जो है ਉਹ ਜਦੋਂ ਸਾਰਾ ਕੰਮ ਹੋ ਜਾਂਦਾ ਹੈਗਾ ਉਦੋਂ ਬਾਅਦ ਕੀਤੀ ਜਾਂਦੀ ਕਿ ਕਿੰਨਾ ਹੋਇਆ, ਲੇਕਿਨ ਤੁਸੀਂ ਨਾਲ ਨਾਲ ਜਦੋਂ ਕੰਮ ਕਰ ਰਹੇ ਹੋਗੇ ਜੇ ਪੋਸੀਬਲ ਹੈਗਾ ਤਾਂ ਉਹਦੇ ਨਾਲ ਨਾਲ ਵੀ ਚੈੱਕ ਕਰਦੇ ਰਹਿ ਸਕਦੇ ਹੋਗੇ ਕਿ ਇੰਨੇ ਟਾਈਮ ਤੱਕ 1 ਮਹੀਨੇ ਤੱਕ ਅਸੀਂ ਸੋਚਿਆ ਸੀ ਇੰਨਾ ਕੰਮ ਹੋ ਜੂ, 2 ਮਹੀਨੇ ਤੱਕ ਸੋਚਿਆ ਸੀ ਇੰਨਾ ਕੰਮ ਹੋ ਜੂ, 3 ਮਹੀਨੇ ਤੱਕ ਅਸੀਂ ਸੋਚਿਆ ਸੀ ਇੰਨਾ ਕੰਮ ਹੋ ਜੂਗਾ. ਤਾਂ ਇਦਾਂ ਤੁਸੀਂ ਨਾਲ ਨਾਲ ਵੀ ਜੇ ਪੋਸੀਬਲ ਹੈਗਾ ਤਾਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਕਿੰਨਾ ਕੰਮ ਹੋ ਗਿਆ. ਜੇ ਤੁਹਾਨੂੰ ਫਰਕ ਲੱਗ ਰਿਹਾ ਹੈਗਾ ਤਾਂ ਉੱਥੇ ਕੰਮ ਰੋਕ ਕੇ ਇੱਕ ਵਾਰੀ ਚੈੱਕ ਕਰਕੇ ਸਹੀ ਕਰ ਦੋ, ਦੈਨ ਅੱਗੇ ਕੰਮ ਨੂੰ ਕੰਟੀਨਿਊ ਕਰ ਦੋ. ਤਾਂ ਮੇਜ਼ਰਮੈਂਟ ਆਫ ਐਕਚੁਅਲ ਪਰਫਾਰਮੈਂਸ ਦੇ ਵਿੱਚ ਬਸ ਸਿੰਪਲੀ ਆਪਾਂ ਇਹ ਦੇਖਦੇ ਕੰਮ ਕਿੰਨਾ ਹੋਇਆ. ਹੁਣ ਸਟੈਂਡਰਡ ਸੈੱਟ ਕੀਤਾ ਹੋਇਆ ਸੀਗਾ, ਐਕਚੁਅਲ ਪਰਫਾਰਮੈਂਸ ਆ ਗਈ ਆਪਣੇ ਕੋਲੇ ਕਿੰਨਾ ਕੰਮ ਹੋਏਗਾ, ਦੈਨ ਆਪਾਂ ਕੀ ਕਰ ਲੈਣਾ ਹੈਗਾ ਇੱਥੇ ਡੇਵੀਏਸ਼ਨ ਫਾਈਂਡ ਆਊਟ ਕਰ ਲੈਣੀ ਹੈ. ਡੇਵੀਏਸ਼ਨ ਦਾ ਕੀ ਮਤਲਬ ਹੈ, ਚੇਂਜ ਕਰ ਲੈਣਾ ਕਿ ਫਰਕ ਕਿੰਨਾ ਕੁ ਰਹਿ ਗਿਆ ਆਪਣੇ ਸੋਚੇ ਨਾਲੋਂ ਤੇ ਆਪਣੇ ਕੀਤੇ ਨਾਲੋਂ, ਕਿ ਜੋ ਸੋਚਿਆ ਸੀ ਤੇ ਜੋ ਕੀਤਾ ਹੈਗਾ ਉਹਦੇ ਵਿੱਚ ਕਿੰਨਾ ਕੁ ਡਿਫਰੈਂਸ ਹੈ. ਸੋਚਿਆ ਕਿੰਨਾ ਸੀ 200 ਯੂਨਿਟਸ, ਸਟੈਂਡਰਡਾਈਜ਼ ਪ੍ਰੋਡਕਸ਼ਨ ਮਤਲਬ ਕਿ ਇਹ ਆਪਣਾ ਸਟੈਂਡਰਡ ਸੈੱਟ ਕੀਤਾ ਹੋਏਗਾ ਕਿ ਇੰਨਾ ਹੋਣਾ ਚਾਹੀਦਾ ਹੈ. ਐਕਚੁਅਲ ਪ੍ਰੋਡਕਸ਼ਨ ਜਿੰਨਾ ਹੋਇਆ. ਹੁਣ ਐਕਚੁਅਲ ਪ੍ਰੋਡਕਸ਼ਨ ਦੇ ਵਿੱਚ ਤੁਹਾਨੂੰ 3 ਤਰ੍ਹਾਂ ਦੀਆਂ ਯੂਨਿਟਸ ਦਿੱਤੀਆਂ ਹੋਈਆਂ, ਇੱਕ ਦੇ ਵਿੱਚ 160 ਯੂਨਿਟ ਬਣਾਈਆਂ, ਇੱਕ ਦੇ ਵਿੱਚ 200 ਯੂਨਿਟ, ਇੱਕ ਦੇ ਵਿੱਚ 220. ਹੁਣ ਦੇਖੋ 200 ਯੂਨਿਟਸ ਦਾ ਟਾਰਗੇਟ ਸੀਗਾ, 160 ਪ੍ਰੋਡਿਊਸ ਹੋਈਆਂ, -40 40 ਘੱਟ ਹੋਈਆਂ, ਤਾਂ ਇਸ ਤਰ੍ਹਾਂ ਦੀ ਡੈਵੀਏਸ਼ਨ ਨੂੰ, ਇਸ ਤਰ੍ਹਾਂ ਦੀ ਚੇਂਜ ਨੂੰ ਆਪਾਂ ਨਾਮ ਦਿੰਦੇ ਹੈਗੇ ਨੈਗੇਟਿਵ ਡੈਵੀਏਸ਼ਨ ਦਾ. 200 ਸੋਚਿਆ ਸੀ 200 ਹੀ ਹੋਈਆਂ, 0 ਡੈਵੀਏਸ਼ਨ, 0 ਦਾ ਫਰਕ ਹੈ, ਇਹ ਹੁੰਦੀ ਹੈਗੀ 0 ਡੈਵੀਏਸ਼ਨ. ਸੋਚਿਆ 200 ਸੀਗਾ, ਹੋਇਆ ਕਿੰਨਾ ਹੈਗਾ 220, ਕਿੰਨੇ ਦਾ ਫਰਕ ਹੈ 20 ਰੁਪਏ ਦਾ, 20 ਯੂਨਿਟਸ ਜ਼ਿਆਦਾ ਹੋਈਆਂ ਹੈਗੀਆਂ, ਮਤਲਬ ਸੋਚਿਆ 200 ਸੀ, ਹੋਈਆਂ ਕਿੰਨੀਆਂ ਹੈਗੀਆਂ 220, 20 ਪੋਜ਼ਿਟਿਵ ਚ ਹੈ, ਤਾਂ ਇਸ ਤਰ੍ਹਾਂ ਦੀ ਡੈਵੀਏਸ਼ਨ, ਇਸ ਤਰ੍ਹਾਂ ਦੀ ਚੇਂਜ ਨੂੰ ਆਪਾਂ ਕਹਿੰਦੇ ਹੈਗੇ ਪੋਜ਼ਿਟਿਵ ਡੈਵੀਏਸ਼ਨ. ਸਮਝ ਆ ਗਈ ਗੱਲ. ਤਾਂ ਡੈਵੀਏਸ਼ਨ ਹੁਣ ਆਪਾਂ ਤੀਜੇ ਸਟੈਪ ਦੇ ਵਿੱਚ ਕੰਪੇਅਰ ਕਰਕੇ ਦੇਖਣਾ ਹੈਗਾ ਐਕਚੁਅਲ ਪਰਫਾਰਮੈਂਸ ਤੇ ਸਟੈਂਡਰਡ ਨੂੰ ਕਿ ਕਿੰਨਾ ਕੁ ਡਿਫਰੈਂਸ ਹੁੰਦਾ ਹੈਗਾ. ਡਿਫਰੈਂਸ ਕਿਸੇ ਵੀ ਤਰ੍ਹਾਂ ਦਾ ਆਵੇ, ਆਪਾਂ ਸਾਰੇ ਤਰ੍ਹਾਂ ਦੇ ਡਿਫਰੈਂਸ ਦੇਖਣੇ ਕਿ ਜਮਾ ਫਰਕ ਨਹੀਂ ਆਇਆ, ਪੂਰਾ ਕੰਮ ਹੋਇਆ, ਘੱਟ ਹੋਇਆ ਹੈਗਾ ਜਾਂ ਫਿਰ ਵੱਧ ਹੋਇਆ, ਇਹ ਆਪਾਂ ਸਾਰੇ ਤਰ੍ਹਾਂ ਦੇ ਚੇਂਜਸ ਥਰਡ ਸਟੈਪ ਦੇ ਵਿੱਚ ਫਾਈਂਡ ਆਊਟ ਕਰ ਲੈਣੇ. ਹੁਣ ਚੇਂਜ ਫਾਈਂਡ ਆਊਟ ਕਰ ਲਿਆ, ਉਦੋਂ ਬਾਅਦ फोर्थ स्टेप ਦੇ ਵਿੱਚ ਆਪਾਂ ਕੀ ਕਰਨਾ ਹੈ ਐਨਾਲਾਈਜ਼ਿੰਗ ਡੈਵੀਏਸ਼ਨਸ. ਜੋ ਤੁਸੀਂ ਚੇਂਜ ਫਾਈਂਡ ਆਊਟ ਕੀਤਾ ਹੈਗਾ ਉਸ ਚੇਂਜ ਨੂੰ ਆਪਾਂ ਕੀ ਕਰਨਾ ਹੈਗਾ ਇੱਥੇ ਐਨਾਲਾਈਜ਼ ਕਰਨਾ ਹੈਗਾ. ठीक है, एनालाइज करना है मतलब कि देखना है कि वो फर्क क्यों आएगा, चाहे पॉजिटिव आए चाहे नेगेटिव आए, आप दोनों तरीके नाल ही चेक करांगे कि फर्क क्यों आया. पॉजिटिव आया तो ठीक है अपनी प्रोडक्शन वध हुई है कि, लेकिन पॉजिटिव क्यों आया ये भी तो आपको देखना पऊगा ना कि आप स्टैंडर्ड घट सैट किया, आप कोई चीज मिस कर गए तो ये आपको ये भी देखना पऊगा कि पॉजिटिव क्यों आया, वध प्रोडक्शन किवें होगी, किते क्वालिटी तो नहीं कॉम्प्रोमाइज होगी, तो सारियां चीज़ां भी आपको कंसीडर करनियां पैणगियां. जे नैगेटिव आया फिर तो आप देखना ही देखना है कि क्यों काम घट होया. राइट, हुण एनालाइजिंग डेविएशन दे विच जदों तुसीं चीज़ां एनालाइज करनियां कि डेविएशन क्यों आएगी, तो आप ये कुछ 4-5 चीज़ां देख देंगे वन बाय वन करके. सब तो पहला तुसीं की देखोगे इज बीइंग स्टैंडर्ड अटेंड. सब तो पहला आप ये देखना है कि स्टैंडर्ड जो सीगा वो अचीव हो गया. 200 यूनिट सोचिया सी 200 बन गया, नहीं बनिया, जिदा बन गया काम नू कंटिन्यू करो, जे नहीं बनिया दैन उस तो बाद सैकेंड क्वेश्चन इज डेविएशन एक्सेप्टेबल. हुण आपां जदों स्टैंडर्ड सैट कीता हैगा, स्टैंडर्ड सैट करदे वक्त आपां एक डेविएशन टॉलरेंस लिमिट सैट करके आए. जे मान लो कि स्टैंडर्ड अचीव नहीं होया, 200 सोचा सी 200 नहीं बनया, बनया कितना 190, बट आपां 10 यूनिट्स जिहड़ियां सीगियां ओह डेविएशन टॉलरेंस लिमिट सोच के आए सीगे कि जे 10 घट बनदी कोई फर्क नहीं पैंदा, आपां काम कंटिन्यू रखांगे. हुण जे मान लो कि जो थोड़ी डेविएशन आई हैगी ओह इस डेविएशन टॉलरेंस लिमिट दे बराबर आई है कि 10 सोचा सी घट बननगे कोई फर्क नहीं पैंदा, तो 10 का ही फर्क आ रहा है, फिर भी आपां कुछ नहीं करांगे, आपां की करांगे काम नू कंटिन्यू रखांगे. लेकिन जे थोड़ा यह डेविएशन जो है एक्सेप्टेबल नहीं हैगा, डेविएशन टॉलरेंस लिमिट तो बाद ज्यादा फर्क आ रहेगा, फिर तुसी की करोगे थर्ड क्वेश्चन इज स्टैंडर्ड एक्सेप्टेबल. जे फर्क नहीं आ रहा, जे फर्क ज्यादा आ रहा है, फिर आप की देखना है कि जो आप स्टैंडर्ड सोचा सीगा वो एक्सेप्टेबल सीगा, वो स्टैंडर्ड इहो जिहा सीगा कि आप अटेन कर सकते, पॉसिबल सीगी उस स्टैंडर्ड नू परफॉर्म करना या फिर पॉसिबल नहीं सीगा. फिर आप इस क्वेश्चन का आंसर देखांगे.
ਜੇ ਤਾਂ ਸਟੈਂਡਰਡ ਸਹੀ ਸੀਗਾ ਫਿਰ ਆਪਾਂ ਕੀ ਕਰਾਂਗੇ, ਜਿਹੜੀ ਵੀ ਇੱਥੇ ਡੈਵੀਏਸ਼ਨ ਆਈ ਹੈਗੀ ਉਹ ਡੈਵੀਏਸ਼ਨ ਨੂੰ ਸਹੀ ਕਰਕੇ ਕਰੈਕਟਿਵ ਐਕਸ਼ਨ ਲੈ ਕੇ ਕੰਮ ਨੂੰ ਕੰਟੀਨਿਊ ਕਰ ਦਾਂਗੇ। ਲੇਕਿਨ ਜੇ ਜਿਹੜਾ ਤੁਹਾਡਾ ਸਟੈਂਡਰਡ ਹੈ ਉਹ ਐਕਸੈਪਟੇਬਲ ਨਹੀਂ ਹੈਗਾ, ਦੈਨ ਫਿਰ ਆਪਾਂ ਕੀ ਕਰਾਂਗੇ, ਸਟੈਂਡਰਡ ਨੂੰ ਦੁਬਾਰਾ ਤੋਂ ਰਿਵਾਈਜ਼ ਕਰਾਂਗੇ। ਗੱਲ ਸਮਝ ਆ ਗਈ? ਪਹਿਲਾਂ ਤੁਸੀਂ ਕੀ ਦੇਖਿਆ, ਸਟੈਂਡਰਡ ਅਚੀਵ ਹੋਇਆ ਜਾਂ ਨਹੀਂ ਹੋਇਆ, ਹੋ ਗਿਆ ਓਕੇ, ਨਹੀਂ ਹੋਇਆ ਦੈਨ ਆਪਾਂ ਕੀ ਦੇਖ ਰਹੇ ਹਾਂ, ਡੈਵੀਏਸ਼ਨ ਜੋ ਆਈ ਹੈ, ਫਰਕ ਜੋ ਆਇਆ ਉਹ ਚੇਂਜ ਐਕਸੈਪਟੇਬਲ ਹੈ ਜਾਂ ਨਹੀਂ ਹੈ। ਚੇਂਜ ਐਕਸੈਪਟੇਬਲ ਹੈ ਤੇ ਕੰਮ ਨੂੰ ਕੰਟੀਨਿਊ ਕਰਾਂਗੇ, ਕੋਈ ਐਕਸ਼ਨ ਨਹੀਂ ਲਵਾਂਗੇ। ਜੇ ਚੇਂਜ ਐਕਸੈਪਟੇਬਲ ਨਹੀਂ ਹੈਗਾ ਫਿਰ ਆਪਾਂ ਦੇਖਾਂਗੇ ਕਿ ਜੋ ਸਟੈਂਡਰਡ ਸੈੱਟ ਕੀਤਾ ਸੀ ਉਹ ਐਕਸੈਪਟੇਬਲ ਹੈ, ਉਹ ਆਪਾਂ ਅਚੀਵ ਕਰ ਸਕਦੇ ਸੀ ਜਾਂ ਫਿਰ ਨਹੀਂ ਕਰ ਸਕਦੇ, ਕਿ ਉਹ ਪੋਸੀਬਲ ਹੀ ਨਹੀਂ ਸੀਗਾ ਅਚੀਵ ਕਰਨਾ। ਜੇ ਸਟੈਂਡਰਡ ਪੋਸੀਬਲ ਹੈ ਫਿਰ ਤਾਂ ਡੈਵੀਏਸ਼ਨ ਨੂੰ ਆਪਾਂ ਕੀ ਕਰਾਂਗੇ, ਕਰੈਕਟਿਵ ਐਕਸ਼ਨ ਲੈ ਲਾਂਗੇ। ਲੇਕਿਨ ਜੇ ਸਟੈਂਡਰਡ ਹੀ ਪੋਸੀਬਲ ਨਹੀਂ ਸੀਗਾ ਪਰਫਾਰਮ ਕਰਨਾ ਫਿਰ ਆਪਾਂ ਸਟੈਂਡਰਡ ਨੂੰ ਰਿਵਾਈਜ਼ ਕਰ ਦਾਂਗੇ। ਤਾਂ ਇਸ ਤਰ੍ਹਾਂ ਡੈਵੀਏਸ਼ਨਸ ਜੋ ਹੈ ਉਹ ਐਨਾਲਾਈਜ਼ ਕੀਤੀਆਂ ਜਾਂਦੀਆਂ ਹੈਗੀਆਂ। ਤੇ ਜਦੋਂ ਵੀ ਤੁਸੀਂ ਡੈਵੀਏਸ਼ਨਸ ਐਨਾਲਾਈਜ਼ ਕਰਦੇ ਹੋਗੇ ਉਦੋਂ ਆਪਾਂ ਡੈਵੀਏਸ਼ਨ ਟੋਲਰੈਂਸ ਲਿਮਿਟ ਨੂੰ ਵੀ ਚੈੱਕ ਕਰ ਦਿਆਂਗੇ। ਤੇ ਡੈਵੀਏਸ਼ਨ ਟੋਲਰੈਂਸ ਲਿਮਿਟ ਜਦੋਂ ਆਪਾਂ ਚੈੱਕ ਕਰ ਦਿਆਂਗੇ ਤਾਂ ਉਹਦੇ ਅੰਦਰ ਦੋ ਪ੍ਰਿੰਸੀਪਲਸ ਆਉਂਦੇ ਹੈਗੇ, ਪ੍ਰਿੰਸੀਪਲਸ ਆਫ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ ਤੇ ਪ੍ਰਿੰਸੀਪਲ ਆਫ ਮੈਨੇਜਮੈਂਟ ਬਾय ਐਕਸੈਪਸ਼ਨ। ਹੁਣ ਦੇਖੋ ਪ੍ਰਿੰਸੀਪਲ ਆਫ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ ਤੁਹਾਨੂੰ ਕੀ ਕਹਿੰਦਾ ਹੈਗਾ ਕਿ ਜਦੋਂ ਵੀ ਡੈਵੀਏਸ਼ਨ ਆਉਂਦੀ ਹੈਗੀ, ਜੇ ਤਾਂ ਉਹ ਡੈਵੀਏਸ਼ਨ ਜੋ ਕੀ ਏਰੀਆਜ਼ ਆਫ ਆਰਗੇਨਾਈਜੇਸ਼ਨ ਹੁੰਦੇ ਹੈਗੇ, ਦੇਖੋ ਕੀ ਏਰੀਆਜ਼, ਕ੍ਰਿਟੀਕਲ ਪੁਆਇੰਟਸ ਤੁਸੀਂ ਕੁਝ ਵੀ ਕਹਿ ਸਕਦੇ ਹੋ। ਦੇਖੋ ਆਰਗੇਨਾਈਜੇਸ਼ਨ ਦੇ ਵਿੱਚ ਕਾਫੀ ਤਰ੍ਹਾਂ ਦੇ ਕੰਮ ਹੁੰਦੇ ਹੈਗੇ। ਹੁਣ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਕੰਮ ਜੋ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋਵੇ ਤੇ ਉਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇ। ਕੁਝ ਕੰਮ ਇਹੋ ਜਿਹੇ ਹੁੰਦੇ ਹੈਗੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੁੰਦੇ ਹੈਗੇ ਤੇ ਉਹਨਾਂ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਪੈਂਦਾ ਹੈਗਾ। ਜੇ ਆਪਾਂ ਉਹਨਾਂ ਤੇ ਧਿਆਨ ਨਹੀਂ ਦੇਵਾਂਗੇ ਕੀ ਏਰੀਆਜ਼ ਤੇ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਲੇਕਿਨ ਜਿਹੜੇ ਘੱਟ ਇੰਪੋਰਟੈਂਟ ਕੰਮ ਹੁੰਦੇ ਹੈਗੇ ਉਹਨਾਂ ਤੇ ਜੇ ਆਪਾਂ ਧਿਆਨ ਨਹੀਂ ਦੇਵਾਂਗੇ ਫਿਰ ਆਪਾਂ ਨੂੰ ਨੁਕਸਾਨ ਨਹੀਂ ਹੋਊਗਾ। ਤੇ ਪ੍ਰਿੰਸੀਪਲ ਆਫ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ ਆਪਾਂ ਨੂੰ ਇਹੀ ਗੱਲ ਕਹਿੰਦਾ ਹੈਗਾ ਕਿ ਜੋ ਟੌਪ ਲੈਵਲ, ਹਾਇਰ ਲੈਵਲ ਮੈਨੇਜਮੈਂਟ ਹੈਗੀ ਉਹਨਾਂ ਨੂੰ ਸਿਰਫ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ ਤੇ ਹੀ ਧਿਆਨ ਦੇਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਕੰਮ ਕਰ ਰਹੇ ਹੋਗੇ ਤੇ ਉਹ ਕੰਮ ਕਰਦੇ ਵਕਤ ਇਹਨਾਂ ਕੀ ਏਰੀਆਜ਼ ਦੇ ਵਿੱਚ ਡੇਵੀਏਸ਼ਨ ਆਉਂਦੀ ਹੈਗੀ, ਇਹਨਾਂ ਕੀ ਏਰੀਆਜ਼ ਦੇ ਵਿੱਚ ਕੁਝ ਚੇਂਜ ਆਉਂਦਾ, ਫਰਕ ਰਹਿੰਦਾ ਹੈਗਾ, ਫਿਰ ਹੀ ਟੌਪ ਲੈਵਲ ਮੈਨੇਜਮੈਂਟ ਨੂੰ ਕੰਸਰਨ ਕਰਨਾ ਚਾਹੀਦਾ, ਫਿਰ ਹੀ ਟੌਪ ਲੈਵਲ ਮੈਨੇਜਮੈਂਟ ਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈਗਾ। ਅਦਰਵਾਈਜ਼ ਟੌਪ ਲੈਵਲ ਮੈਨੇਜਮੈਂਟ ਨੂੰ ਆਪਦੇ ਕੰਮ ਦੇ ਵਿੱਚ ਧਿਆਨ ਦੇਣਾ ਚਾਹੀਦਾ ਕਿ ਜੇ ਘੱਟ ਇੰਪੋਰਟੈਂਟ ਫੈਕਟਰਸ ਜਿਹੜੇ ਹੈਗੇ, ਘੱਟ ਇੰਪੋਰਟੈਂਟ ਕੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਡੇਵੀਏਸ਼ਨ ਆਉਂਦੀ ਹੈਗੀ ਤਾਂ ਉਦੋਂ ਕੀ ਕਰਨਾ ਚਾਹੀਦਾ, ਜਿਹੜੇ ਇੰਪਲੋਇਜ਼ ਹੈਗੇ ਉਹਨਾਂ ਨੂੰ ਖੁਦ ਤੋਂ ਹੀ ਕਰੈਕਟਿਵ ਐਕਸ਼ਨਸ ਲੈ ਲੈਣੇ ਚਾਹੀਦੇ ਕਿ ਟੌਪ ਲੈਵਲ ਮੈਨੇਜਮੈਂਟ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਇਹ ਹੁੰਦਾ ਤੁਹਾਡਾ ਪ੍ਰਿੰਸੀਪਲ ਆਫ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ। ਪ੍ਰਿੰਸੀਪਲ ਆਫ ਮੈਨੇਜਮੈਂਟ ਬਾय ਐਕਸੈਪਸ਼ਨ ਕੀ ਕਹਿੰਦਾ ਹੈ? ਪ੍ਰਿੰਸੀਪਲ ਆਫ ਮੈਨੇਜਮੈਂਟ ਬਾय ਐਕਸੈਪਸ਼ਨ ਇਹੀ ਕਹਿੰਦਾ ਹੈਗਾ ਕਿ ਜੇ ਤੁਹਾਡੀ ਜੋ ਡੇਵੀਏਸ਼ਨ ਹੈ ਉਹ ਸਿਰਫ ਉਨੀ ਹੀ ਹੈ ਜਿੰਨੀ ਤੁਸੀਂ ਡੇਵੀਏਸ਼ਨ ਟੋਲਰੈਂਸ ਲਿਮਿਟ ਸੈੱਟ ਕਰਕੇ ਆਏ ਹੋ। ਜਿਵੇਂ ਮੰਨ ਲਓ ਕਿ ਆਪਾਂ 10 ਯੂਨਿਟਸ ਦੀ ਡੇਵੀਏਸ਼ਨ ਟੋਲਰੈਂਸ ਲਿਮਿਟ ਸੈੱਟ ਕੀਤੀ ਸੀ, ਜੇ ਮੰਨ ਲਓ ਕਿ ਡੇਵੀਏਸ਼ਨ ਇੰਨੀ ਹੀ ਆ ਰਹੀ ਹੈ ਜਾਂ ਇਦੋਂ ਘੱਟ ਆ ਰਹੀ ਹੈ, ਇਸ ਲਿਮਿਟ ਦੇ ਅੰਦਰ ਅੰਦਰ ਜੇ ਤੁਹਾਡੀ ਡੇਵੀਏਸ਼ਨ ਆ ਰਹੀ ਹੈਗੀ ਫਿਰ ਉਸ ਕੇਸ ਦੇ ਵਿੱਚ ਵੀ ਇੰਪਲੋਇਜ਼ ਨੂੰ ਖੁਦ ਤੋਂ ਹੀ ਐਕਸ਼ਨ ਲੈ ਲੈਣਾ ਚਾਹੀਦਾ ਹੈਗਾ ਤੇ ਕੰਮ ਨੂੰ ਕੰਟੀਨਿਊ ਰੱਖਣਾ ਚਾਹੀਦਾ, ਕੰਮ ਰੋਕ ਕੇ ਟੌਪ ਮੈਨੇਜਮੈਂਟ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਲੇਕਿਨ ਹਾਂ, ਜੇ ਤੁਹਾਡੀ ਡੇਵੀਏਸ਼ਨ ਇਸ ਲਿਮਿਟ ਤੋਂ ਵੱਧ ਆ ਰਹੀ ਹੈ ਕਿ ਜ਼ਿਆਦਾ ਡੇਵੀਏਸ਼ਨ ਆ ਰਹੀ ਹੈ ਕਿ ਫਿਰ ਉੱਥੇ ਤੁਹਾਨੂੰ ਕੰਮ ਬੰਦ ਕਰਕੇ ਇੱਕ ਵਾਰੀ ਚੈੱਕ ਕਰਕੇ ਕਰੈਕਟਿਵ ਐਕਸ਼ਨ ਲੈਣਾ ਪਊਗਾ। ਤੇ ਇਹ ਦੋ ਪ੍ਰਿੰਸੀਪਲਸ ਨੇਗੇ ਜੋ ਕਿ ਜਦੋਂ ਤੁਸੀਂ ਡੇਵੀਏਸ਼ਨਸ ਐਨਾਲਾਈਜ਼ ਕਰਦੇ ਹੋਗੇ ਤੁਸੀਂ ਇਹ ਚੀਜ਼ਾਂ ਵੀ ਐਨਾਲਾਈਜ਼ ਕਰਨੀਆਂ ਹੁੰਦੀਆਂ ਹੈਗੀਆਂ ਕਿ ਡੇਵੀਏਸ਼ਨ ਜੋ ਆ ਰਹੀ ਹੈਗੀ ਉਹ ਕਿਸ ਰਿਲੇਟਡ ਆ ਰਹੀ ਹੈ। ਡੇਵੀਏਸ਼ਨ ਜੋ ਆ ਰਹੀ ਹੈਗੀ ਉਹ ਕ੍ਰਿਟੀਕਲ ਪੁਆਇੰਟ ਆਫ ਕੰਟਰੋਲ ਦੇ ਰਿਲੇਟਡ ਹੈ, ਕ੍ਰਿਟੀਕਲ ਏਰੀਆ ਆਫ ਬਿਜ਼ਨਸ ਦੇ ਰਿਲੇਟਡ ਹੈ। ਜੇ ਹਾਂ ਕ੍ਰਿਟੀਕਲ ਏਰੀਆ ਦੇ ਰਿਲੇਟਡ ਹੈ ਫਿਰ ਇਮੀਡੀਏਟਲੀ ਐਕਸ਼ਨ ਲਓ। ਜੇ ਕ੍ਰਿਟੀਕਲ ਏਰੀਆ ਦੇ ਰਿਲੇਟਡ ਨਹੀਂ ਹੈਗੀ ਫਿਰ ਕੰਮ ਨਾ ਬੰਦ ਕਰੋ, ਨਾਲ ਨਾਲ ਚੀਜ਼ਾਂ ਸਹੀ ਕਰਦੇ ਰਹੋ। ਮੈਨੇਜਮੈਂਟ ਬਾय ਐਕਸੈਪਸ਼ਨ ਕੀ ਕਹਿੰਦਾ ਹੈਗਾ ਕਿ ਜੋ ਡੇਵੀਏਸ਼ਨ ਟੋਲਰੈਂਸ ਲਿਮਿਟ ਸੈੱਟ ਕੀਤੀ, ਜੇ ਡੇਵੀਏਸ਼ਨ ਉਹਦੇ ਅੰਦਰ ਆ ਰਹੀ ਹੈਗੀ ਫਿਰ ਤਾਂ ਠੀਕ ਹੈ, ਕੰਮ ਨੂੰ ਕੰਟੀਨਿਊ ਰੱਖੋ, ਰੋਕੋ ਨਾ। ਲੇਕਿਨ ਜੇ ਉਦੋਂ ਵੱਧ ਡੇਵੀਏਸ਼ਨ ਆ ਰਹੀ ਹੈਗੀ ਫਿਰ ਕੰਮ ਨੂੰ ਰੋਕ ਕੇ ਆਪਦੀ ਫਰਕ ਨੂੰ ਸਹੀ ਕਰ। ਸਮਝ ਆ ਗਿਆ ਡੇਵੀਏਸ਼ਨ ਕਿਵੇਂ ਐਨਾਲਾਈਜ਼ ਕਰਨੀ ਹੈਗੀ ਤੇ ਕੀ ਚੀਜ਼ਾਂ ਤੁਸੀਂ ਕੰਸੀਡਰ ਕਰਨੀ ਹੈਗੀ ਜਦੋਂ ਡੇਵੀਏਸ਼ਨ ਫਾਈਂਡ ਆਊਟ ਕਰਨੀ ਹੈਗੀ। ਹੁਣ ਕਾਜ਼ਸ ਆਫ ਡੇਵੀਏਸ਼ਨ ਕੀ ਨੇਗੇ? ਹਿਊਮਨ ਕਾਜ਼ਸ, ਹਿਊਮਨ ਜੋ ਹੈ ਉਹਨਾਂ ਨੇ ਜਿਹੜੇ ਵੀ ਆਪਣੇ EMPLOYEES ਵਗੈਰਾ ਹੈਗੇ ਉਹ ਐਫੀਸ਼ੀਐਂਟਲੀ ਕੰਮ ਨਹੀਂ ਕਰ ਰਹੇ, ਪ੍ਰੋਪਰਲੀ ਕੰਮ ਨਹੀਂ ਕਰ ਰਹੇ, ਟਾਈਮ ਵੇਸਟ ਕਰ ਰਹੇ ਹੈਗੇ, ਰਿਸੋਰਸਿਸ ਵੇਸਟ ਕਰ ਰਹੇ ਹੈਗੇ, ਇਹ ਇੱਕ ਰੀਜ਼ਨ ਹੋ ਸਕਦਾ ਹੈ। ਅਨਸਰਟਨ ਇਵੈਂਟਸ, EMPLOYEES ਨੇ ਸਟ੍ਰਾਈਕ ਕਰਤੀ ਜਾਂ ਫਿਰ ਕੋਈ ਫਲੱਡ ਆ ਗਈ, ਕੁਝ ਵੀ ਅਨਸਰਟਨ ਇਵੈਂਟ ਜਿਹਦੇ ਬਾਰੇ ਤੁਸੀਂ ਸੋਚਿਆ ਨਹੀਂ ਸੀਗਾ ਉਹ ਚੀਜ਼ ਹੋ ਗਈ ਤੇ ਆਪਣਾ ਕੰਮ ਰੁਕ ਗਿਆ ਤੇ ਆਪਾਂ ਆਪਣਾ ਟਾਰਗੇਟ ਅਚੀਵ ਨਹੀਂ ਕਰ ਪਏ, ਇਹ ਵੀ ਕਾਜ਼ ਹੋ ਸਕਦਾ ਹੈ। ਵੇਰੀਅਸ ਹਰਡਲਸ, ਮਸ਼ੀਨਸ ਵਗੈਰਾ ਜੋ ਆਪਣੀਆਂ ਹੈਗੀਆਂ ਉਹ ਖਰਾਬ ਹੋ ਗਿਆ, ਟੂਲਸ ਨਹੀਂ ਅਵੇਲੇਬਲ ਹੈਗੇ, ਰॉ ਮਟੀਰੀਅਲ ਨਹੀਂ ਮਿਲ ਰਿਹਾ ਤੇ ਇਦਾਂ ਦੀਆਂ ਕੁਝ ਹਰਡਲਸ ਆ ਸਕਦੀਆਂ, ਉਹਨਾਂ ਕਰਕੇ ਫਰਕ ਆ ਸਕਦਾ ਹੈ। ਰੋਂਗ ਸਟੈਂਡਰਡਸ, ਜੋ ਤੁਸੀਂ ਸੋਚਿਆ ਸੀ, ਟਾਰਗੇਟ ਸੈੱਟ ਕੀਤਾ ਸੀਗਾ ਉਹ ਰੀਜ਼ਨੇਬਲ ਨਹੀਂ ਸੀਗਾ, ਉਹ ਪਰਫਾਰਮੈਂਸ
ਉਹਦੀ ਪੋਸੀਬਲ ਹੀ ਨਹੀਂ ਸੀਗੀ, ਤੁਸੀਂ ਉਹਨੂੰ ਪਰਫਾਰਮ ਨਹੀਂ ਕਰ ਸਕਦੇ ਸੀ, ਉਹਨੂੰ ਅਚੀਵ ਨਹੀਂ ਕਰ ਸਕਦੇ ਸੀਗੇ। ਤਾਂ ਰੋਂਗ ਸਟੈਂਡਰਡ ਜੇ ਤੁਸੀਂ ਸੈੱਟ ਕਰ ਰਹੇ ਹੋ ਤਾਂ ਵੀ ਫਰਕ ਆਊਗਾ, ਤੁਹਾਡਾ ਸਟੈਂਡਰਡ ਅਚੀਵ ਨਹੀਂ ਹੋਊਗਾ। ਤਾਂ ਸਟੈਂਡਰਡਸ ਜਦੋਂ ਤੁਸੀਂ ਐਨਾਲਾਈਜ਼ ਕਰਨੇ, ਡੇਵੀਏਸ਼ਨਸ ਜਦੋਂ ਤੁਸੀਂ ਐਨਾਲਾਈਜ਼ ਕਰਨੀ ਹੈਗੀਆਂ, ਤਾਂ ਸਾਰੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਕੰਸੀਡਰ ਕਰਾਂਗੇ। ਕਲੀਅਰ ਹੋ ਗਈ ਗੱਲ? ਹੁਣ ਆ ਸਾਰਾ ਕੁਝ ਕਰਕੇ ਐਂਡ ਤੇ ਆਪਾਂ ਕੀ ਲੈਣਾ ਹੈਗਾ, ਟੇਕਿੰਗ ਕਰੈਕਟਿਵ ਐਕਸ਼ਨ। ਫਰਕ ਪਤਾ ਲੱਗ ਗਿਆ ਕਿਉਂ ਆ ਰਿਹਾ, ਸਾਰੇ ਚੀਜ਼ਾਂ ਐਨਾਲਾਈਜ਼ ਕਰ ਲਿਆ, ਹੁਣ ਬਸ ਕੀ ਕਰੋ, ਐਕਸ਼ਨ ਲੈ ਲਓ, ਚੀਜ਼ਾਂ ਨੂੰ ਸਹੀ ਕਰ ਦੋ। The last and the most important step in controlling process is taking corrective action. The purpose of taking corrective action is to bring the actual performance up to the level of expected performance standard। जो भी performance standards आप expect कर रहे हैं उन्होंने नेड़े आप actual performance लेके आनी है, so that आप जो भी फर्क आ रहेगा ਉਹਦੇ against की लेना है, एक corrective action लेना है। There may be two types of actions like removing deviation in the actual performance। दो types ਦੇ action ਤੁਸੀਂ ਲੈ ਸਕਦੇ ਹੋ कि जो भी performance actual performance ਦੇ ਵਿੱਚ deviation ਆ ਰਹੀ ਹੈਗੀ ਉਹਨੂੰ remove ਕਰ ਲਓ। removing hurdles or defects in machine, जो भी machines ਵਗੈਰਾ ਦੇ ਵਿੱਚ defect ਹੈ ਜਾਂ hurdles ਆ ਰਹੀ ਹੈਗੇ ਉਹਨਾਂ ਨੂੰ remove ਕਰ ਦਿਓ। ਤੇ ਦੂਸਰਾ ਕੀ एक्शन ਤੁਸੀਂ ਲੈ ਸਕਦੇ ਹੋ, ਸਟਾਪਿੰਗ ਦੀ ਰੈਪੀਟੇਸ਼ਨ ਆਫ ਐਨੀ ਸੱਚ ਪ੍ਰੋਬਲਮ ਇਨ ਫਿਊਚਰ। ਤੇ ਤੁਸੀਂ ਦੂਸਰਾ ਇਹ ਵੀ ਐਕਸ਼ਨ ਲੈ ਸਕਦੇ ਹੋਗੇ ਕਿ ਆ ਜਿਹੜੀ ਪ੍ਰੋਬਲਮ ਹੈਗੀ ਫਿਊਚਰ ਦੇ ਵਿੱਚ ਆਪਾਂ ਨੂੰ ਦੁਬਾਰਾ ਤੋਂ ਨਾ ਆਵੇ, ਤੇ ਇਹਦੇ ਲਈ ਵੀ ਤੁਸੀਂ ਐਕਸ਼ਨ ਲੈ ਸਕਦੇ ਹੋ ਕਿ ਉਹਨੂੰ ਰੋਕ ਦਿੱਤਾ ਜਾਵੇ। ਕਿਵੇਂ ਰੋਕ ਦੋਗੇ? ਪਲਾਨਸ ਨੂੰ ਮੋਡੀਫਾਈ ਕਰਕੇ, ਗੋਲਸ ਨੂੰ ਰਿਵਾਈਜ਼ ਕਰਕੇ, ਠੀਕ ਹੈ, ਜਾਂ ਫਿਰ ਰੀਅਸਾਈਨਮੈਂਟ ਆਫ ਡਿਊਟੀਜ਼ ਨੂੰ ਰੀਅਸਾਈਨ ਕਰਕੇ EMPLOYEES ਨੂੰ ਦੁਬਾਰਾ ਤੋਂ ਡਿਊਟੀਜ਼ ਦੇ ਕੇ। ਦੱਸੋ ਗੱਲ ਸਮਝ ਆ ਗਈ? ਇਹ 5 ਸੌਖੇ ਜਿਹੇ ਸਟੈਪ ਹੈਗੇ ਤੁਹਾਡੇ ਕੰਟਰੋਲਿੰਗ ਪ੍ਰੋਸੈਸ ਦੇ ਵਿੱਚ। ਪਹਿਲਾਂ ਤੁਸੀਂ ਕੀ ਕਰਨਾ ਹੈਗਾ, ਸਭ ਤੋਂ ਪਹਿਲਾਂ ਸਟੈਂਡਰਡ ਸੈੱਟ ਕਰਨਾ ਹੈ, ਫਿਰ ਆਪਾਂ ਮੇਜ਼ਰਮੈਂਟ ਕਰਨੀ ਹੈ ਕਿੰਨਾ ਕੰਮ ਹੋਇਆ, ਦੈਨ ਆਪਾਂ ਦੇਖਣਾ ਹੈਗਾ ਕੰਪੇਅਰ ਕਰਕੇ ਕਿ ਸੋਚਿਆ ਕੀ ਸੀਗਾ ਤੇ ਹੋਇਆ ਕੀ ਹੈ, ਫਰਕ ਕਿੱਥੇ ਹੈਗਾ, ਪੋਜ਼ਿਟਿਵ ਨੈਗੇਟਿਵ ਹਰ ਇੱਕ ਤਰ੍ਹਾਂ ਦਾ ਫਰਕ ਆਪਾਂ ਲੱਭਣਾ ਹੈਗਾ। ਫਰਕ ਲੱਭ ਲਿਆ, ਫਿਰ ਉਹ ਫਰਕ ਦੇ ਉੱਤੇ ਆਪਾਂ ਸਟੱਡੀ ਕਰਨੀ ਹੈ, ਐਨਾਲਾਈਜ਼ ਕਰਨਾ ਹੈ ਕਿ ਫਰਕ ਕਿਉਂ ਆਇਆ। ਫਰਕ ਪਤਾ ਲੱਗ ਗਿਆ ਕਿਉਂ ਆਇਆ, ਰੀਜ਼ਨਸ ਕੀ ਸੀਗੇ, ਕੀ ਪ੍ਰੋਬਲਮ ਆਈ ਹੈਗੀ ਕੰਮ ਦੇ ਵਿੱਚ, ਦੈਨ ਆਪਾਂ ਜੋ ਵੀ ਪ੍ਰੋਬਲਮ ਆਈ ਹੈ, ਐਰਰ ਆਏਗਾ, 5th ਸਟੈਪ ਦੇ ਵਿੱਚ ਉਹਨੂੰ ਸਹੀ ਕਰਕੇ ਕਰੈਕਟਿਵ ਐਕਸ਼ਨ ਲੈ ਲੈਣਾ। So that's it, this is the controlling process। ਇੰਨਾ ਕਿ ਆਪਣਾ ਅੱਜ ਦਾ ਲੈਕਚਰ ਸੀਗਾ। ਹੁਣ ਕੰਟਰੋਲਿੰਗ ਚੈਪਟਰ ਤੁਹਾਡਾ ਹੈਗਾ ਬਹੁਤ ਹੀ ਛੋਟਾ ਦਾ, 2 ਪਾਰਟਸ ਦੇ ਵਿੱਚ ਇਹਨੂੰ ਆਪਾਂ ਕਵਰ ਕਰ ਦਾਂਗੇ। ਇੱਕ ਪਾਰਟ ਦੇ ਵਿੱਚ ਆਪਾਂ ਪ੍ਰੋਸੈਸ ਕਰ ਲਿਆ ਤੇ ਦੂਸਰੇ ਪਾਰਟ ਦੇ ਵਿੱਚ ਆਪਾਂ ਕੰਟਰੋਲਿੰਗ ਦੇ ਫੀਚਰਸ, ਇੰਪੋਰਟੈਂਸ ਤੇ ਪਲੈਨਿੰਗ ਕੰਟਰੋਲਿੰਗ ਦਾ ਕੀ ਆਪਸ ਦੇ ਵਿੱਚ ਰਿਲੇਸ਼ਨ ਹੁੰਦਾ, ਇਹ ਟੌਪਿਕ ਕਵਰ ਕਰਕੇ ਆਪਣਾ ਚੈਪਟਰ ਕੰਪਲੀਟ ਹੋ ਜਾਊਗਾ। ਤਾਂ ਹੁਣ ਆਪਣੀਆਂ ਬੁੱਕਸ ਦੇ ਵਿੱਚੋਂ ਕੰਟਰੋਲਿੰਗ ਪ੍ਰੋਸੈਸ ਚੰਗੀ ਤਰ੍ਹਾਂ ਪੜ੍ਹ ਲਿਓ। ਕੋਈ ਵੀ ਡਾਊਟ ਆਇਆ, ਕੋਈ ਵੀ ਪੁਆਇੰਟ ਨਹੀਂ ਸਮਝ ਆਇਆ, ਦੇਖੋ ਤੁਹਾਡੀ ਬੁੱਕਸ ਦੇ ਵਿੱਚ ਸਾਈਡ ਤੇ ਇੱਕ ਬਾਕਸ ਦੇ ਵਿੱਚ ਕੁਝ ਟਰਮਸ ਮੈਂਸ਼ਨ ਕੀਤੀਆਂ ਹੁੰਦੀਆਂ, ਡਿਫਾਈਨ ਕੀਤੀਆਂ ਹੁੰਦੀਆਂ, ਜੋ ਵੀ ਪੈਰਾਗ੍ਰਾਫ ਜੋ ਵੀ ਚੀਜ਼ ਆਪਾਂ ਪੜ੍ਹ ਰਹੇ ਉਹਦੇ ਵਿੱਚ ਕੋਈ ਵਰਡ ਯੂਜ਼ ਹੋਇਆ ਤਾਂ ਉਹਨੂੰ ਸਾਈਡ ਤੇ ਇੱਕ ਛੋਟਾ ਜਿਹਾ ਬਾਕਸ ਬਣਾ ਕੇ ਡਿਫਾਈਨ ਕੀਤਾ ਹੁੰਦਾ ਹੈ। ਤਾਂ ਉਹ ਬਾਕਸਿਸ ਕਦੇ ਵੀ ਨਾ ਛੱਡਿਆ ਕਰੋ, ਉਹਨਾਂ ਬਾਕਸਿਸ ਨੂੰ ਜ਼ਰੂਰ ਪੜ੍ਹਿਆ ਕਰੋ। 1 ਮਾਰਕਸ ਵਾਲੇ ਜਿਹੜੇ ਕੁਐਸਚਨ ਹੁੰਦੇ ਹੈਗੇ ਉਹਨਾਂ ਬਾਕਸਿਸ ਤੋਂ ਬਣ ਸਕਦੇ ਹੁੰਦੇ। ਓਕੇ ਦੈਨ ਹੁਣ ਪੜ੍ਹ ਲਿਓ। ਕੋਈ ਵੀ ਡਾਊਟ ਹੋਇਆ, ਕੋਈ ਵੀ ਕੁਐਰੀ ਆਈ, ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ, ਆਪਾਂ ਡਿਸਕਸ ਕਰ ਲਾਂਗੇ। ਮੈਂ ਪੂਰੀ ਟਰਾਈ ਕਰੂੰਗੀ ਮੈਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਪਾਉਂਗੀ। ਠੀਕ ਹੈ, ਹੁਣ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਹੈਵ ਅ ਗੁੱਡ ਡੇ।